हम सर दीन दयाल न तुम सर, अब पतियार क्या कीजै। बचनी तोर मोर मन मानै, जन को पूरन दीजै। बचनी तोर मोर मन मानै, जन को पूरन दीजै। धन वाहिगुरू साहिब जीओ। तीरथ बरत अर दान कर, मन मह तरै गुमान। नानक निहफल जात तेह, ज्यों कुंचर इशनान। तीरथ बरत अर दान कर, मन में धरै गुमान। नानक निहफल जात तेह, ज्यों कुंचर इशनान। ਸਾਹਿਬਾਂ ਦੀ मुकद्दस मुबारक खुशियां भरी गोद अंदर सज बैठे सतसंगी जनों, वड भागे खां निता प्रति दी तरह ਸਾਹਿਬਾਂ ਦੀ गोद विच बैठ के शरदा प्रेम भावना दे नाल सतगुरु जी दी बाणी दा कीर्तन आप जी ने सरवण कीता। सतगुरु दाता कृपा करे, इस बाणी दे चश्मे बाणी दे आबे हयात नूं असी अपने जीवन दे अंदर पी सकीए ते पी के सदा दे लई अमर हो जाइए। जिवें सतगुरु जी कहंदे आ, इनू जिहड़ा पींदा है वो सदा चिर जिउंदा है, फिर उहदे जीवन दे अंदर कदी मरण नहीं। शरीर करके मरदा है, तन करके मरदा है, पर आत्मक तौर ते सदा ही जिउंदा रहिंदा है। अमृत पीओ सदा चिर जियो। फिर अगे जाके एक थां सतगुरु जी कहंदे, तां फिर मरण ना होई, फिर मरदा नहीं। सो सतगुरु जी ने सानू अमृत बाणी दिती, ये साडे हिरदे अंदर वस जाए तो बचना अनुसार सानू जीवन जिउणा आ जाए। गुरु तेग बहादुर महाराज सतगुरु जी दे पावन बचन, उन्हां दी विचार, सलोक महला 9वां आप जी दे नाल 46 नंबर सलोक साझा कीता। आओ इस दी विचार समझण दे लई आप जी रोज़ सतगुरु जी दे दरबार विच आके सतगुरु जी दी हजूरी विच बैठ के प्रेम भावना दे नाल सुणदे हो। आओ अज दे पावन बचन अंदर सतगुरु की कृपा करदे आ। सतगुरु जी तो आग्या लईए। आप संगत आसीस बख्शो, प्यार सत्कार अते अदब दे नाल दोवें हत्थ जोड़ ਸਾਹਿਬਾਂ ਦੇ ਚਰਨਾਂ 'ਚ ਸੀਸ ਨਵਾਓ। ਇੱਕੇ ਵਾਰੀ ਕਹਿਣ ਤੇ ਗੱਜ ਵੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਵਫਾਦਾਰੀ ਦਾ ਗੁਣ ਸਮਝਾਉਂਦਿਆਂ ਇੱਕ ਕੁੱਤੇ ਦੀ, ਇੱਕ ਕੂਕਰ ਦੀ ਉਦਾਹਰਣ ਦਿੱਤੀ, ਜਿਹਦੇ ਵਿੱਚੋਂ ਬਾਣੀ ਦੇ ਵਿੱਚੋਂ ਤੇ ਇਤਿਹਾਸ ਦੇ ਵਿੱਚੋਂ ਆਪਾਂ ਇਸ ਗੱਲ ਨੂੰ ਸਮਝਣ ਦਾ ਤੇ ਵਿਚਾਰਨ ਦਾ ਯਤਨ ਕੀਤਾ ਸੀ। ਕਿਹੋ ਜੀ ਗੁਰੂ ਦੇ ਨਾਲ
ਨਿਰੰਕਾਰ ਦੇ ਨਾਲ ਤੇਰੀ ਵਫਾਦਾਰੀ ਹੋਣੀ ਚਾਹੀਦੀ ਹੈ। ਦੂਜੀ ਗੱਲ ਇਹ ਵੀ ਨਾਲ ਆਪਾਂ ਵਿਚਾਰਿਆ, ਕੱਲੀ ਉਦਾਹਰਣ ਕੁੱਤੇ ਦੀ ਇਹ ਨਹੀਂ ਸੀ ਕਿ ਵੀ ਆਪਾਂ ਵਫਾਦਾਰ ਤੇ ਬਣਨਾ ਹੀ ਬਣਨਾ ਹੈ ਗੁਰੂ ਪ੍ਰਤੀ, ਰੱਬ ਪ੍ਰਤੀ। ਉੱਥੇ ਨਾਲ ਇਹ ਵੀ ਗੱਲ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਮਝਾ ਰਹੇ ਸੀ, ਜਿਸ ਤਰ੍ਹਾਂ ਕੁੱਤੇ ਦਾ ਇਹ ਗੁਣ ਹੈ ਕਿ ਆਪਣੇ ਮਾਲਕ ਦੇ ਦਰ ਨੂੰ ਨਹੀਂ ਛੱਡਦਾ, ਸਦਾ ਹੀ ਉਹਦੇ ਦਰ ਤੇ ਬੈਠਾ ਰਹਿੰਦਾ। ਸਤਿਗੁਰੂ ਜੀ ਕਹਿੰਦੇ ਆ ਤੂੰ ਵੀ ਗੁਰੂ ਦੇ ਦਰ ਤੇ ਬੈਠ ਜਾ, ਰੱਬ ਦੇ ਦਰ ਤੇ ਬੈਠ ਜਾ, ਤੇ ਸਦਾ ਹੀ ਇੱਕ ਮਨ ਇੱਕ ਚਿੱਤ ਹੋ ਕੇ ਉਹਦੇ ਵਿੱਚ ਸੁਰਤ ਜੋੜ ਕੇ ਰੱਬ ਨੂੰ ਧਿਆਉਂਦਾ ਰਹਿ, ਨਿਰੰਕਾਰ ਨੂੰ ਜਪਦਾ ਰਹਿ। ਇਹ ਕੁਝ ਗੱਲਾਂ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਤੇ ਇਤਿਹਾਸ ਵਿੱਚੋਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਆਓ ਅੱਜ ਦੇ ਪਾਵਨ ਬਚਨ ਦੇ ਅੰਦਰ ਪਹਿਲਾ ਭਾਵ-ਅਰਥ, ਅੱਜ ਦੇ ਪਾਵਨ ਬਚਨ ਦੇ ਅੰਦਰ ਨਾ ਸਤਿਗੁਰੂ ਜੀ ਚਾਰ ਚੀਜ਼ਾਂ ਦਾ ਜ਼ਿਕਰ ਸਾਡੇ ਨਾਲ ਕਰਦੇ ਆ। ਹਰੇਕ ਸੰਸਾਰ ਦੇ ਉੱਤੇ ਬੰਦਾ, ਉਹਦੇ ਨਾਲ ਇਹ ਜੁੜੀਆਂ ਹੋਈਆਂ ਗੱਲਾਂ ਨੇ। ਅਕਸਰ ਬਾਣੀ ਦੇ ਅੰਦਰ ਆਪਾਂ ਵੇਖਦੇ ਹਾਂ ਉਹੀ ਸਤਿਗੁਰੂ ਜੀ ਉਦਾਹਰਨਾਂ ਦਿੰਦੇ ਆ ਜਿਹੜੀਆਂ ਸਾਡੇ ਨਾਲ ਜੁੜੀਆਂ ਹੁੰਦੀਆਂ ਨੇ, ਜਾਂ ਸੰਸਾਰ ਨਾਲ ਜੁੜੀਆਂ ਹੁੰਦੀਆਂ ਨੇ, ਜਾਂ ਕੁਦਰਤ ਦੇ ਨਾਲ, ਕਾਇਨਾਤ ਨਾਲ ਜੁੜੀਆਂ ਹੁੰਦੀਆਂ ਨੇ। ਇਸ ਪਾਵਨ ਬਚਨ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਪਹਿਲਾਂ ਤਿੰਨ ਚੀਜ਼ਾਂ ਦਾ ਜ਼ਿਕਰ ਕਰਦੇ ਆ। ਪਹਿਲਾ ਤੀਰਥ, ਦੂਜਾ ਵਰਤ, ਤੀਜਾ ਦਾਨ। ਇਹ ਤਿੰਨੇ ਕਰਮ ਹੀ ਸਭ ਤੋਂ ਚੰਗੇ ਕਰਮ ਨੇ। ਮਾੜਾ ਕਰਮ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ। ਤੀਰਥ ਤੇ ਜਾਣਾ ਕੋਈ ਮਾੜਾ ਨਹੀਂ ਹੈ। ਵਰਤ ਰੱਖ ਰਿਹਾ ਸੰਸਾਰ ਪਰ ਬਾਣੀ ਦੇ ਅੰਦਰ ਕਿਹੋ ਜਿਹਾ ਵਰਤ ਹੈ ਉਹ ਆਪਾਂ ਅੱਗੇ ਜਾ ਕੇ ਸਾਂਝਾ ਕਰਾਂਗੇ। ਇਹ ਵੀ ਕਰਮ ਮਾੜਾ ਨਹੀਂ ਕਰ ਰਿਹਾ। ਦਾਨ ਕਰ ਰਿਹਾ, ਕੋਈ ਮਾੜਾ ਕਰਮ ਨਹੀਂ ਕਰ ਰਿਹਾ। ਹੁਣ ਜਦੋਂ ਇਹ ਤਿੰਨੇ ਹੀ ਕਰਮ ਚੰਗੇ ਨੇ, ਜਿਨ੍ਹਾਂ ਨੂੰ ਆਪਾਂ ਚੰਗੇ ਪਾਸੇ ਆਪਾਂ ਗਿਣੀਏ, ਤੇ ਸਤਿਗੁਰੂ ਜੀ ਨੂੰ ਪੁੱਛੀਏ, ਸਤਿਗੁਰੂ ਜੀ ਫਿਰ ਇਹ ਤਿੰਨੇ ਕਰਮ ਕਰਦੇ ਆ, ਤੁਸੀਂ ਕਿਉਂ ਕਹਿੰਦੇ ਹੋ ਕਿ ਵੀ ਇਹੀ ਤੇਰੇ ਔਗਣ ਵੀ ਬਣ ਜਾਂਦੇ ਨੇ? ਕਿਵੇਂ? ਅਗਲੀ ਗੱਲ ਸਤਿਗੁਰੂ ਜੀ ਕਹਿੰਦੇ ਆ, ਤੀਰਥ ਵਰਤ ਅਰ ਦਾਨ ਕਰ। ਬੜੇ ਤੀਰਥਾਂ ਤੇ ਜਾਣਾ, ਯਾਤਰਾਵਾਂ ਕਰਦਾ, ਵਰਤ ਰੱਖਦਾ, ਦਾਨ ਕਰਦਾ, ਪਰ ਅਸਲ ਗੱਲ ਇੱਥੇ ਆ ਕੇ ਮੁੱਕ ਜਾਂਦੀ ਹੈ, ਮਨ ਮੈਂ ਧਰੈ ਗੁਮਾਨ। ਜਦੋਂ ਤੂੰ ਮਨ ਵਿੱਚ ਹੰਕਾਰ, ਗੁਮਾਨ ਦਾ ਅਰਥ ਹੁੰਦਾ ਹੰਕਾਰ, ਜਦੋਂ ਤੂੰ ਹੰਕਾਰ ਧਰ ਲੈਣਾ ਨਾ ਆਪਣੇ ਮਨ ਦੇ ਅੰਦਰ, ਸਾਰਾ ਕੀਤਾ ਹੋਇਆ, ਕਰਾਇਆ ਹੋਇਆ, ਜਿੰਨੇ ਵੀ ਕਰਮ ਕੀਤੇ ਸਾਰੇ ਸਤਿਗੁਰੂ ਜੀ ਕਹਿੰਦੇ ਨਿਫਲ ਹੋ ਗਏ, ਭਾਵ ਵਿਅਰਥ ਹੋ ਗਏ। ਕੋਈ ਵੀ ਕਰਮ ਹੁਣ ਉਹ ਆਪਣਾ ਚੰਗਾ ਗੁਣ ਬਣ ਕੇ ਅੰਦਰ ਨਹੀਂ ਬੈਠਾ, ਖਤਮ ਹੋ ਗਿਆ ਸਾਰਾ ਕੁਝ। ਨਾਨਕ ਨਿਫਲ ਜਾਤ ਤੇ, ਜਾਤ ਦਾ ਅਰਥ ਕੱਲਾ ਕੱਲਾ ਅਰਥ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਨਾਨਕ ਨਿਫਲ ਦਾ ਅਰਥ ਹੁੰਦਾ ਹੈ ਜਿਹਦੇ ਵਿੱਚ ਕੋਈ ਫਲ ਹੀ ਪ੍ਰਾਪਤ ਨਾ ਹੋਇਆ, ਵਿਅਰਥ ਚਲਿਆ ਗਿਆ ਕੀਤਾ ਹੋਇਆ ਕਰਮ, ਉਹਨੂੰ ਕਹਿੰਦੇ ਆ ਨਿਫਲ। ਜਾਤ ਦਾ ਅਰਥ ਜਾਤ ਪਾਤ ਦੇ ਨਾਲ ਸੰਬੰਧਿਤ ਨਹੀਂ, ਜਾਤ ਭਾਵ ਚਲਾ ਜਾਂਦਾ ਹੈ, ਲੰਘ ਜਾਂਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨਾਨਕ ਨਿਫਲ ਜਾਤ ਤੇ ਜਿਉ ਕੁੰਚਰ ਇਸਨਾਨ। ਇਹ ਸਾਰਾ ਕੁਝ ਵਿਅਰਥ ਹੋ ਜਾਂਦਾ ਹੈ, ਸਿਰਫ ਇੱਕੋ ਚੀਜ਼ ਰਹਿ ਜਾਂਦੀ ਹੈ। ਜਿਵੇਂ ਹਾਥੀ ਪਹਿਲਾਂ ਸਾਫ਼ ਪਾਣੀ ਵਿੱਚ ਨਹਾ ਲੈ, ਉਸ ਤੋਂ ਬਾਅਦ ਬਾਹਰ ਆ ਕੇ ਘੱਟੋ ਘੱਟੀ ਹੋ ਜਾਏ, ਮਿੱਟੀਓ ਮਿੱਟੀ ਹੋ ਜਾਏ, ਚਿੱਕੜੋ ਚਿੱਕੜੀ ਹੋ ਜਾਏ, ਕਹਿਣ ਲੱਗੇ ਉਹਦਾ ਬਾਹਰ ਨਹਾ ਕੇ ਆਉਣਾ, ਬਾਹਰ ਆਇਆ ਵਿਅਰਥ ਹੋ ਗਿਆ। ਇਸੇ ਤਰ੍ਹਾਂ ਤੂੰ ਤੀਰਥਾਂ ਤੇ ਜਾ, ਵਰਤ ਰੱਖ, ਦਾਨ ਕਰ, ਪਰ ਜੇਕਰ ਤੇਰੇ ਅੰਦਰ ਹੰਕਾਰ ਹੈ ਨਾ, ਸਤਿਗੁਰੂ ਜੀ ਕਹਿੰਦੇ ਸਭ ਵਿਅਰਥ ਹੈ। ਭਾਈ ਗੁਰਦਾਸ ਜੀ ਨੇ ਦੋ ਕੁ ਉਦਾਹਰਨਾਂ ਦਿੱਤੀਆਂ ਨੇ ਬੜੀਆਂ ਕਮਾਲ ਦੀਆਂ, ਉਹਨਾਂ ਨੂੰ ਥੋੜਾ ਧਿਆਨ ਨਾਲ ਸਮਝਿਓ। ਵਿਦਵਾਨ ਨੇ, ਆਜਲ ਫਾਜ਼ਲ ਨੇ, ਗੁਰੂ ਘਰ ਦੇ ਵਿਦਵਾਨ, ਤੇ ਇੱਕ ਮੈਂ ਬੇਨਤੀ ਕਰਦਿਆਂ ਉਹਨਾਂ ਦੇ ਪਰਥਾਏ ਅੱਜ ਵੀ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ, ਉੱਥੋਂ ਦੀ ਇੱਕ ਮਰਿਆਦਾ ਹੈ,
ਉਹ ਮਰਿਆਦਾ ਇੱਕ ਗੱਲ ਕਰਦੀ ਹੈ, ਜਿਹੜੀ ਤੁਸੀਂ ਉਹ ਮਰਿਆਦਾ ਪੜ੍ਹਦੇ ਹੋ ਉਹਦੇ ਵਿੱਚ ਇੱਕ ਗੱਲ ਲਿਖੀ ਹੋਈ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਚੀਜ਼ਾਂ ਪੜ੍ਹੀਆਂ ਸੁਣੀਆਂ ਜਾ ਸਕਦੀਆਂ ਨੇ। ਸਭ ਤੋਂ ਪਹਿਲਾਂ ਸਭ ਤੋਂ ਸਰਵ ਉੱਤਮ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਉਹ ਤਾਂ ਪੜ੍ਹੀ ਜਾਣੀ, ਉਹ ਤਾਂ ਲਾਜ਼ਮੀ ਹੈ। ਉਸ ਤੋਂ ਬਾਅਦ ਮਰਿਆਦਾ ਦੇ ਅੰਦਰ ਇਹ ਲਿਖਿਆ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਜੋ ਉਹਨਾਂ ਨੇ ਲਿਖੀਆਂ। ਤੀਜੀ ਗੱਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਭਾਈ ਗੁਰਦਾਸ ਜੀ ਦੇ ਕਵਿੱਤ। ਚੌਥਾ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਦਾ ਜ਼ਿਕਰ ਆਉਂਦਾ ਹੈ। ਇਹਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਾਉਣ ਦੀ ਹਦਾਇਤ ਹੈ। ਭਾਵ ਇਹ ਗਾਈਆਂ ਉਹਨਾਂ ਵਿੱਚੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ। ਉਹਨਾਂ ਦੋ ਉਦਾਹਰਨਾਂ ਦਿੱਤੀਆਂ ਨੇ। ਮੈਂ ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ, ਚਲੋ ਵਿਦਵਾਨ ਸੱਜਣ ਕਈ ਇਹ ਮੰਨਦੇ ਆ ਕਿ ਵੀ ਬਾਣੀ ਦੀ ਕੁੰਜੀ, ਪਰ ਚਲੋ ਆਪੋ ਆਪਣੀ ਸਭ ਦੀ ਰਾਏ ਹੈ। ਤੇ ਇੱਕ ਬੇਨਤੀ ਮੈਂ ਆਪ ਜੀ ਦੇ ਨਾਲ ਇਹ ਕੀਤੀ ਸੀ, ਜੇ ਗੁਰੂ ਦੀ ਬਾਣੀ ਨੂੰ ਸਮਝਣਾ ਹੈ ਤੇ ਚੇਤੇ ਰੱਖਣਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹਿਓ। ਗੁਰੂ ਦੇ ਨਾਲ ਪਿਆਰ ਵੀ ਬਣੇਗਾ ਤੇ ਸਤਿਗੁਰੂ ਜੀ ਦੀ ਸਮਝ ਵੀ ਆਵੇਗੀ। ਸਤਿਗੁਰੂ ਕਹਿਣਾ ਕੀ ਚਾਹੁੰਦੇ ਆ, ਇਉਂ ਭਾਵ ਪ੍ਰਤੀਤ ਹੁੰਦਾ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਭਾਈ ਗੁਰਦਾਸ ਜੀ ਦੇ ਕਵਿਤਾ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਖੋਲਿਆ, ਸ਼ਬਦਾਂ ਨੂੰ ਖੋਲਿਆ। ਸੋ ਉਹਨਾਂ ਵਿੱਚੋਂ ਦੋ ਉਦਾਹਰਨਾਂ। ਭਾਈ ਗੁਰਦਾਸ ਜੀ ਕਹਿੰਦੇ ਆ, ਕੋਈ ਦੁੱਧ ਦਾ ਬਾਟਾ ਭਰ ਕੇ ਲੈ ਕੇ ਆਵੇ ਨਾ, ਉਹਦੇ ਵਿੱਚ ਕੋਈ ਥੋੜੀ ਜਿਹੀ ਕਾਂਜੀ ਮਿਲਾ ਦੇ, ਮੈਂ ਫਿਰ ਮੈਨੂੰ ਮਾਫ ਕਰਨਾ, ਇੱਕ ਪਾਸਾ ਲਿਆ ਜੇ ਇਹਦਾ, ਭਾਵ ਇੱਕ ਪਾਸਾ। ਇੱਕ ਉਦਾਹਰਨ ਮੈਂ ਦੇ ਰਿਹਾ, ਇਹਦੇ ਵਿੱਚੋਂ ਕਈ ਨਿਕਲਦੀਆਂ ਨੇ, ਉਹ ਗੱਲ ਵੱਖਰੀ ਹੈ। ਕੋਈ ਆਖੇਗਾ ਚਲੋ ਕਾਂਜੀ ਮਿਲ ਗਈ, ਉਹਦਾ ਪਨੀਰ ਵੀ ਬਣਾਇਆ ਜਾ ਸਕਦਾ, ਨਹੀਂ। ਇੱਕੋ ਭਾਵ ਕਹਿੰਦੇ ਕੋਈ ਬਾਟਾ ਦੁੱਧ ਦਾ ਭਰ ਕੇ ਲਿਆਵੇ, ਉਹਦੇ ਵਿੱਚ ਥੋੜੀ ਜਿਹੀ ਕਾਂਜੀ ਮਿਲਾ ਦੇ ਤੇ ਦੁੱਧ ਜਿਹੜਾ ਖਰਾਬ ਹੋ ਜਾਂਦਾ। ਦੂਜੀ ਉਦਾਹਰਨ, ਕਹਿਣ ਲੱਗੇ ਬਹੁਤ ਸਾਰਾ ਰੂਹ ਹੀ ਰੂਹ ਇਕੱਠਾ ਕੀਤਾ ਹੋਵੇ, ਬਸ ਇੱਕ ਚਿੰਗਾਰੀ ਦੀ ਲੋੜ ਹੈ, ਸਾਰਾ ਰੂਹ ਸੜ ਕੇ ਸਵਾਹ ਹੋ ਜਾਏਗਾ। ਬਸ ਆਹੀ ਕਹਾਣੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਤੀਰਥਾਂ ਤੇ ਜਾ, ਵਰਤ ਰੱਖ, ਦਾਨ ਕਰ, ਜਿਵੇਂ ਦੁੱਧ ਦੇ ਵਿੱਚ ਇੱਕ ਬੂੰਦ ਕਾਂਜੀ ਦੀ ਮਿਲਾ ਦਈਏ ਦੁੱਧ ਖਰਾਬ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਇੱਕ ਗੁਮਾਨ ਤੇਰੇ ਅੰਦਰ ਪੈਦਾ ਹੋ ਗਿਆ, ਤੇਰਾ ਸਾਰਾ ਕੀਤਾ ਹੋਇਆ ਕਰਮ ਵਿਅਰਥ ਹੋ ਗਿਆ। ਦੂਜੀ ਉਦਾਹਰਨ ਵੀ ਇਸੇ ਤਰ੍ਹਾਂ ਮਿਲਾ ਲਓ ਨਾਲ, ਰੂਹ ਜਿਵੇਂ ਸੜ ਕੇ ਇੱਕ ਚਿੰਗਾਰੀ ਦੇ ਨਾਲ ਸਵਾਹ ਹੋ ਗਿਆ। ਚੜਿਆ ਹੋਇਆ ਸਿਖਰਾਂ ਤੇ ਹੰਕਾਰ ਦੀ ਚਿੰਗਾਰੀ ਕੀਤੇ ਹੋਏ ਕਰਮ ਨੂੰ ਅਵਗਣ ਦੇ ਵਿੱਚ ਬਦਲ ਕੇ ਰੱਖ ਦਿੰਦੀ ਹੈ। ਆਹ ਕਹਾਣੀ ਹੈ। ਭਾਈ ਗੁਰਦਾਸ ਜੀ ਨੇ ਇਹ ਉਦਾਹਰਨ ਦਿੱਤੀ। ਸੋ ਹੁਣ ਆਈਏ ਸਤਿਗੁਰੂ ਜੀ ਤੀਰਥਾਂ ਬਾਰੇ ਕੀ ਕਹਿੰਦੇ ਆ। ਪਹਿਲਾ ਇਹਦਾ ਪੱਖ, ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਤੇ ਸਤਿਗੁਰੂ ਜੀ ਤੀਰਥਾਂ ਦੀ ਗੱਲ ਚੱਲਦੀ ਹੈ। ਤੀਰਥਾਂ ਬਾਰੇ ਧੰਨ ਗੁਰੂ ਨਾਨਕ ਮਹਾਰਾਜ ਜੀ ਕੀ ਕਹਿੰਦੇ ਆ। ਵੈਸੇ ਹਿੰਦੂ ਮਤ ਅਨੁਸਾਰ 68 ਤੀਰਥਾਂ ਦਾ ਜ਼ਿਕਰ ਆਉਂਦਾ ਹੈ। ਉਹਨਾਂ ਦਾ ਮੰਨਣਾ ਕਿ ਵੀ 68 ਤੀਰਥ ਹੁੰਦੇ ਨੇ, ਜਦੋਂ ਤੱਕ ਬੰਦਾ ਉਹ ਪੂਰਨ ਨਾ ਕਰ ਲੇ ਤੇ ਉਦੋਂ ਤੱਕ ਜਨਮ ਸਫਲ ਨਹੀਂ ਹੋ ਸਕਦਾ। ਇਹ ਉਹਨਾਂ ਦਾ ਮੰਨਣਾ ਹੈ। ਪਰ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਜਦੋਂ 68 ਤੀਰਥਾਂ ਦੀ ਗੱਲ ਕਰਦੇ ਆ, ਜਦੋਂ ਜਪਜੀ ਸਾਹਿਬ ਬਾਣੀ ਪੜ੍ਹਦੇ ਆ, ਉੱਥੇ ਨਾਲ ਹੀ ਇੱਕ ਗੱਲ ਸਮਝਾ ਦਿੰਦੇ ਆ ਸਿੱਖਾ, ਮੈਂ 68 ਤੀਰਥਾਂ ਦੀ ਗੱਲ ਨਹੀਂ ਕਰਦਾ, ਮੈਂ ਸਿਰਫ ਗੁਰੂ ਦੀ ਇੱਕ ਗੱਲ ਸੁਣਨ ਦੀ ਗੱਲ ਕਰਦਾ। ਤੇ ਜੇਕਰ ਇੱਕ ਵਾਰੀ ਤੂੰ ਗੁਰੂ ਦੀ ਗੱਲ ਸੁਣ ਲਈ, 68 ਤੀਰਥਾਂ ਦੇ ਇਸ਼ਨਾਨ ਹੀ ਇਸ਼ਨਾਨ ਨੇ। ਬਚਨ ਤੁਸੀਂ ਪੜ੍ਹਦੇ ਹੋ, ਸੁਣਿਆ 68 ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਆ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਤੇਰਾ ਜੀਵਨ ਬਣ ਜਾਏਗਾ। ਹੁਣ ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਜੀ ਅੱਗੇ ਜਾ ਕੇ 21 ਨੰਬਰ ਪੌੜੀ ਦੇ ਅੰਦਰ ਫਿਰ ਤੀਰਥ ਦਾ ਜ਼ਿਕਰ ਕਰਦੇ। ਹਾਲਾਂਕਿ 6 ਨੰਬਰ ਪੌੜੀ ਦੇ ਅੰਦਰ ਵੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ। ਸੋ ਆਪਾਂ ਚਲੋ ਅਗਲੀ ਪੌੜੀ ਤੋਂ ਵੇਖਦੇ ਹਾਂ। 21 ਨੰਬਰ ਪੌੜੀ ਵਿੱਚ ਕੀ ਕਹਿੰਦੇ ਆ। ਸਤਿਗੁਰੂ ਜੀ ਕਹਿੰਦੇ ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ
ਤਿਲਕਾ ਮਾਨ। ਜੇ ਕੋਈ ਤੀਰਥਾਂ ਤੇ ਜਾ ਕੇ ਤਪ ਕਰ ਰਿਹਾ ਹੈ, ਜਪ ਕਰ ਰਿਹਾ ਹੈ, ਦਾਨ ਕਰ ਰਿਹਾ ਹੈ, ਜੇ ਮਨ ਦੇ ਵਿੱਚ ਗੁਮਾਨ ਹੰਕਾਰ ਹੈ, ਜੇ ਉਸੇ ਤਰ੍ਹਾਂ ਬਿਰਤੀ ਬਣੀ ਹੋਈ ਹੈ, ਤੇ ਸਤਿਗੁਰੂ ਜੀ ਕਹਿੰਦੇ ਇੱਕ ਤਿਲ ਦਾ ਵੀ ਮਾਣ ਉਹਦੇ ਵਿੱਚੋਂ ਹਾਸਲ ਨਹੀਂ ਹੋਣਾ। ਭਾਵ ਇੱਕ ਤਿਲ ਮਾਤਰ ਵੀ ਤੇਰੇ ਅੰਦਰ ਉਹ ਪ੍ਰਭਾਵ ਪੈਦਾ ਨਹੀਂ ਹੋ ਸਕਦਾ ਉਹਦਾ, ਜਿਸ ਲਈ ਤੂੰ ਗਿਆ ਹੋਇਆ। ਵੈਸੇ ਬੰਦਾ ਤੀਰਥਾਂ ਤੇ ਜਾਂਦਾ ਪਤਾ ਕਿਉਂ ਹੈ? ਬੰਦੇ ਦਾ ਤੀਰਥਾਂ ਤੇ ਜਾਣ ਦਾ ਕਾਰਨ ਹੈ ਆਪਣੇ ਕੀਤੇ ਹੋਏ ਪਾਪ ਬੰਦਾ ਨਹਾ ਕੇ ਲਾਉਣਾ ਚਾਹੁੰਦਾ ਹੈ। ਚਲੋ ਇੱਕ ਪੱਖ ਇਹ ਵੀ ਹੈ ਇਹਦਾ, ਬੰਦਾ ਆਪਣੇ ਪਾਪ ਕੱਟੇ ਜਾਣ, ਪਾਪ ਲੈ ਜਾਣ। ਪਰ ਸਤਿਗੁਰੂ ਜੀ ਦੀ ਬਾਣੀ ਨੇ ਉਸ ਚੀਜ਼ ਵੱਲ ਵੀ ਸਾਡਾ ਇਸ਼ਾਰਾ ਕੀਤਾ। ਆਓ ਉਹ ਵੀ ਆਪਾਂ ਬਾਣੀ ਵਿੱਚੋਂ ਵੇਖਦੇ ਹਾਂ। ਇੱਕ ਬਚਨ ਆਪਾਂ ਪੜ੍ਹਦੇ ਹਾਂ, ਨਹਾਵਣ ਚੱਲੇ ਤੀਰਥੀ। ਹੁਣ ਬੰਦਾ ਨਹਾਉਣ ਗਿਆ ਤੀਰਥਾਂ ਤੇ, ਇਸ਼ਨਾਨ ਕਰਨ ਗਿਆ। ਸਤਿਗੁਰੂ ਜੀ ਕਹਿੰਦੇ ਨਹਾਵਣ ਚੱਲੇ ਤੀਰਥੀ, ਪਰ ਮਨ ਖੋਟੇ ਤਨ ਚੋਰ। ਜੇ ਮਨ ਦੇ ਵਿੱਚ ਖੋਟ ਹੈ, ਮਨ ਦੇ ਵਿੱਚ ਚੋਰ ਹੈ, ਫਿਰ ਸਤਿਗੁਰੂ ਜੀ ਕਹਿੰਦੇ ਜਿੰਨੇ ਮਰਜ਼ੀ ਤੀਰਥ ਨਹਾਈ ਜਾ, ਕੋਈ ਲਾਹਾ ਹੈ, ਕੋਈ ਫਾਇਦਾ ਹੈ ਉਹਦਾ? ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਭਾ ਲੱਥੀ ਨਾਤਿਆਂ, ਦੋਏ ਭਾ ਚੜੀਅਸ ਹੋਰ। ਉਹ ਦੂਜੇ ਭਾ ਦੀ ਹੋਰ ਚੜਾ ਕੇ ਮੈਲ ਆ ਜਾਂਦਾ। ਉਹੀ ਹਾਲਾਤ ਨੇ, ਹਾਥੀ ਨਹਾਉਂਦਾ ਫਿਰ ਬਾਹਰ ਆ ਕੇ ਚਿੱਕੜ ਘੱਟੋ ਘੱਟੀ ਹੋ ਜਾਂਦਾ। ਸਤਿਗੁਰੂ ਜੀ ਕਹਿੰਦੇ ਤੂੰ ਵੀ ਨਹਾਉਣ ਗਿਆ ਸੈਂ, ਪਰ ਤੂੰ ਤਾਂ ਹੋਰ ਔਗਣ ਢੋਲਿਆ ਆ। ਹੁਣ ਇਹਨੂੰ ਥੋੜਾ ਜਿਹਾ ਸਮਝੀਏ ਕਿ ਵੀ ਕਿਵੇਂ। ਸਾਡੀ ਤਾਂ ਸੋਚ ਇਹ ਕਹਿੰਦੀ ਹੈ ਕਿ ਵੀ ਤੀਰਥ ਤੇ ਜਾ ਕੇ ਬੰਦਾ ਪੁੰਨ ਕਰਦਾ, ਦਾਨ ਕਰਦਾ, ਬੰਦਾ ਕਿੱਥੇ ਔਗਣ ਲੈ ਕੇ ਆਉਂਦਾ? ਤੁਸੀਂ ਕਦੀ ਵੇਖਣਾ, ਸਭ ਤੋਂ ਵੱਧ ਧਾਰਮਿਕ ਅਸਥਾਨਾਂ ਤੇ, ਧਾਰਮਿਕ ਤੀਰਥਾਂ ਤੇ ਵੱਡੇ ਵੱਡੇ ਲਿਖ ਕੇ ਬੈਨਰ ਜਾਂ ਬੋਰਡ ਲਾਏ ਹੁੰਦੇ ਆ, ਆਪਣੇ ਸਮਾਨ ਦਾ ਖਿਆਲ ਰੱਖਿਓ ਭਾਈ, ਇੱਥੇ ਜੇਬ ਕਤਰੇ ਬੜੇ ਘੁੰਮਦੇ ਜੇ, ਲਿਖਿਆ ਹੁੰਦਾ ਨਾ। ਬੰਦਾ ਆਪਾਂ ਕਹਿੰਦੇ ਆ ਸੱਚ ਦੇ ਰਾਹ ਤੇ ਤੁਰਿਆ, ਬੰਦਾ ਗਿਆ ਸੀ ਕੁਝ ਹੋਰ ਕਰਨ, ਕਰ ਕੁਝ ਹੋਰ ਹੀ ਆਇਆ। ਲਿਖਣਾ ਪੈ ਗਿਆ ਅਗਲਿਆਂ ਨੂੰ ਵੀ ਕਿ ਵੀ ਆ ਭਾਈ ਤੂੰ ਬਚ ਕੇ ਰਹੀ। ਸਭ ਤੋਂ ਵੱਧ ਧਾਰਮਿਕ ਸਥਾਨਾਂ ਤੇ ਚੋਰੀਆਂ ਨੇ, ਸਭ ਤੋਂ ਵੱਧ ਇਹਨਾਂ ਅਸਥਾਨਾਂ ਤੇ ਹੀ। ਸਤਿਗੁਰੂ ਜੀ ਨੇ ਐਵੇਂ ਥੋੜ੍ਹਾ ਕਿਹਾ, ਸਤਿਗੁਰੂ ਜੀ ਕਹਿੰਦੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਮਨ ਦੇ ਵਿੱਚ ਚੋਰ ਬੰਦਾ ਉੱਥੇ ਵੀ ਲੈ ਕੇ ਜਾ ਰਿਹਾ, ਮਨ ਦੇ ਵਿੱਚ ਖੋਟ ਬੰਦਾ ਉੱਥੇ ਵੀ ਲੈ ਕੇ ਜਾ ਰਿਹਾ। ਜੇ ਨਾ ਲੈ ਕੇ ਜਾਂਦਾ ਫਿਰ ਸਤਿਗੁਰੂ ਜੀ ਕਿਉਂ ਕਹਿੰਦੇ ਕਿ ਵੀ ਇਹਦੇ ਅੰਦਰ ਖੋਟ ਹੈ, ਇਹਦੇ ਅੰਦਰ ਚੋਰ ਹੈ? ਸਤਿਗੁਰੂ ਜੀ ਨੂੰ ਕਹਿਣਾ ਪਿਆ ਕਿ ਵੀ ਨਹੀਂ, ਇਹਦੀ ਬਿਰਤੀ ਇਹੋ ਜਿਹੀ ਬਣ ਚੁੱਕੀ ਹੈ, ਜਿਹਦਾ ਕਰਮ ਹੀ ਔਗਣ ਕਮਾਣਾ ਬਣ ਚੁੱਕਾ ਹੈ ਨਾ। ਚੇਤੇ ਰੱਖਣਾ, ਉਹਨੂੰ ਲੱਖ ਯਤਨ ਕਰ ਲਓ, ਤੁਸੀਂ ਆਖੋ ਕਿ ਵੀ ਗੁਣ ਇਕੱਠੇ ਕਰ ਲੈ, ਉਹ ਕਦੀ ਗੁਣਾ ਵਾਲੇ ਪਾਸੇ ਨਹੀਂ ਜਾਏਗਾ। ਉਹ ਕਹੇਗਾ ਨਹੀਂ, ਮੇਰਾ ਕੰਮ ਚੋਰੀ ਕਰਨਾ ਹੈ, ਮੇਰਾ ਕੰਮ ਠੱਗੀਆਂ ਮਾਰਨਾ ਹੈ, ਮੇਰਾ ਕੰਮ ਜਿਹੜਾ ਹੈ ਇਸ ਤਰ੍ਹਾਂ ਦਾ ਹੈ, ਮੈਂ ਨਹੀਂ ਛੱਡਾਂਗਾ। ਜਿੰਨਾ ਮਰਜ਼ੀ ਉਹਨੂੰ ਕਹਿ ਲਓ, ਜਿੰਨਾ ਮਰਜ਼ੀ ਕੋਈ ਧਰਮ ਦੀ ਦੁਨੀਆ ਦੇ ਅੰਦਰ ਧਾਰਮਿਕ ਉਹਨੂੰ ਸਮਝਾਈ ਜਾਵੇ, ਪਰ ਜਿਹਦੇ ਅੰਦਰ ਖੋਟ ਹੈ ਨਾ, ਜਿਹਦੇ ਅੰਦਰ ਚੋਰ ਹੈ, ਉਹ ਨਹੀਂ ਜੇ ਬਚ ਸਕਦਾ। ਪਰ ਦੂਜੀ ਬੇਨਤੀ ਇਹ ਵੀ ਨਾਲ ਕਰਾਂ, ਜੇ ਗੁਰੂ ਕਿਰਪਾ ਕਰਦੇ ਨਾ, ਜੇ ਗੁਰੂ ਰਹਿਮਤ ਕਰਦੇ, ਤੇ ਭਾਈ ਭੂਮੀਆਂ ਚੋਰ ਤੋਂ ਭਾਈ ਭੂਮੀਆਂ ਜੀ ਬਣ ਸਕਦੇ ਆ। ਵੇਖੋ ਪਹਿਲਾਂ ਲੋਕ ਕਹਿੰਦੇ ਸੀ ਚੋਰ ਹੈ, ਪਹਿਲਾਂ ਲੋਕ ਕਹਿੰਦੇ ਸੀ ਚੋਰ ਹੈ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆਇਆ, ਸਤਿਗੁਰੂ ਜੀ ਦੀ ਸ਼ਰਨ ਵਿੱਚ ਆਇਆ, ਉਹ ਚੋਰ ਚੋਰ ਨਹੀਂ ਰਿਹਾ, ਗੁਰੂ ਦਾ ਗੁਣ ਲੈ ਕੇ ਭਾਈ ਭੂਮੀਆਂ ਜੀ ਬਣ ਗਿਆ। ਇਤਿਹਾਸ ਵਿੱਚ ਸਤਿਕਾਰ ਹੈ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਅਸੀਂ ਕਹਿੰਦੇ ਆ ਕਿ ਮਲਕ ਭਾਗੋ ਲੋਕਾਂ ਨਾਲ ਠੱਗੀਆਂ ਮਾਰਦਾ ਹੈ, ਉਹਦੇ ਅੰਦਰ ਖੋਟ ਹੈ, ਲੋਕਾਂ ਨੂੰ ਲੁੱਟਦਾ ਹੈ, ਲੋਕਾਂ ਦੇ ਹੱਕ ਮਾਰਦਾ ਹੈ। ਪਰ ਚੇਤੇ ਰੱਖਣਾ, ਜਦੋਂ ਗੁਰੂ ਨਾਨਕ ਪਾਤਸ਼ਾਹ ਉਹਦੇ ਕੋਲ ਜਾਂਦੇ ਆ, ਤੇ ਗੁਰੂ ਨਾਨਕ ਮਹਾਰਾਜ ਸੱਚ ਤੇ ਝੂਠ ਤੋਲ ਕੇ ਉਹਦੇ ਅੰਦਰ ਦਾ ਖੋਟ ਕੱਢ ਕੇ ਬਾਹਰ ਮਾਰਦੇ ਆ। ਉਹ ਕੀ ਮਲਕ ਭਾਗੋ ਜਿਹੜਾ ਲੋਕਾਂ ਦੀਆਂ ਨਿਗਾਹ ਦੇ ਵਿੱਚ ਔਗਣਾ ਭਰਿਆ ਸੀ, ਅੱਜ ਉਹ ਸੰਸਾਰ ਦੀਆਂ ਨਿਗਾਹਾਂ ਦੇ ਵਿੱਚ ਗੁਣਾ ਵਾਲਾ ਬਣ ਕੇ ਬੈਠਾ। ਉਹਨੂੰ ਹੁਣ ਖੋਟਾ ਨਹੀਂ ਕੋਈ ਵੀ ਕਹਿੰਦਾ, ਉਹਨੂੰ ਹੁਣ ਲੁੱਟਣ ਵਾਲਾ ਕੋਈ ਨਹੀਂ ਕਹਿੰਦਾ, ਹੱਕ ਮਾਰ ਕੇ ਖਾਣ ਵਾਲਾ ਨਹੀਂ ਕਹਿੰਦਾ, ਸਗੋਂ ਉਹ ਤੇ ਸਭ ਦੇ ਹੱਕ ਦੇਣ ਵਾਲਾ ਉਹਨੂੰ ਕਹਿੰਦੇ ਆ। ਅੱਜ ਤਾਂ ਲੋਕ, ਮੈਂ ਵੇਖਿਆ ਸੰਸਾਰ ਦੇ ਉੱਤੇ, ਮੈਨੂੰ ਮਾਫ ਕਰਨਾ,
ਗਰੀਬ ਬੰਦੇ ਦੇ ਕੋਲੋਂ ਵੀ ਅਮੀਰ ਖੋ ਕੇ ਖਾਣ ਦੀਆਂ ਜੁਗਤਾਂ ਪਿਆ ਬਣਾ ਰਿਹਾ। ਕਿੰਨੀ ਕਮਾਲ ਦੀ ਹੈ ਨਾ ਸੰਸਾਰ ਦੀ ਇਹ ਚੱਲ ਰਹੀ ਹੈ। ਇਹਦਾ ਮਤਲਬ ਹੈ ਖੋਟ ਗਿਆ ਨਹੀਂ ਸਾਡੇ ਅੰਦਰੋਂ, ਠੱਗ ਬਿਰਤੀ ਸਾਡੇ ਅੰਦਰੋਂ ਗਈ ਨਹੀਂ, ਆਪਾਂ ਉਹਨੂੰ ਕੱਢ ਨਹੀਂ ਪਾ ਰਹੇ। ਇੱਥੋਂ ਤੱਕ ਬੇਨਤੀ ਕਰਾਂ, ਸਾਡੀ ਦੁਕਾਨ ਤੇ ਜੇ ਕੋਈ ਕੰਮ ਕਰਦਾ ਹੈ, ਸਾਡੀ ਦੁਕਾਨ ਤੇ ਕੋਈ ਮਿਹਨਤ ਨਾਲ ਕੰਮ ਕਰ ਰਿਹਾ ਹੈ, ਅੱਗੋਂ ਜਿਹੜਾ ਮਾਲਕ ਉਹਦਾ ਹੈ ਉਹਦੇ ਕੋਲੋਂ ਹੀ ਉਹਦੇ ਹੱਕ ਖੋਣ ਦੀਆਂ ਤਿਆਰੀਆਂ ਦੇ ਵਿੱਚ। ਇਹੋ ਜਿਹੇ ਬੰਦੇ ਵੀ ਸੰਸਾਰ ਤੇ ਬੈਠੇ ਆ। ਸਤਿਗੁਰੂ ਜੀ ਕਹਿੰਦੇ ਉਹੀ ਤੀਰਥਾਂ ਤੇ ਨਹਾਉਂਦਾ ਫਿਰਦਾ, ਉਹੀ ਦਾਨ ਕਰਦਾ ਫਿਰਦਾ, ਪਰ ਉਹਦਾ ਕੀਤਾ ਇਸ਼ਨਾਨ ਤੀਰਥਾਂ ਤੇ, ਉਹਦਾ ਕੀਤਾ ਦਾਨ ਕਿੱਥੇ ਲਾਹੇ ਦਾ, ਜਿਹੜਾ ਪਹਿਲਾਂ ਹੀ ਠੱਗੀਆਂ ਵਾਲੇ ਪਾਸੇ ਤੁਰਿਆ। ਤਾਂ ਹੀ ਸਤਿਗੁਰੂ ਜੀ ਕਹਿੰਦੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਾਤਿਆਂ, ਦੋਏ ਭਾ ਚੜੀ ਅਸਹੋਰ। ਸਤਿਗੁਰੂ ਜੀ ਕਹਿੰਦੇ ਇੱਕ ਤਾਂ ਨਹਾ ਕੇ ਲਾ ਲਈ ਮੈਲ, ਉਹ ਲੱਥੀ ਤਨ ਦੀ, ਕਹਿੰਦੇ ਜਿਹੜੀ ਮਨ ਦੇ ਅੰਦਰ ਮੈਲ ਸੀ ਉਹ ਤਾਂ ਲੱਥੀ ਹੋਈ ਨਹੀਂ। ਹੁਣ ਆਓ ਥੋੜਾ ਜਿਹਾ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਇਹ ਵੀ ਵਾਚੀਏ ਕਿ ਵੀ ਸਤਿਗੁਰੂ ਜੀਓ ਫਿਰ ਕਿਹੜੇ ਤੀਰਥ ਦੀ ਤੁਸੀਂ ਗੱਲ ਕਰਦੇ ਹੋ, ਕਿਵੇਂ ਅੰਦਰ ਦੀਆਂ ਮੈਲਾਂ ਲੈਣਗੀਆਂ। ਚੋਰ ਖੋਟ ਆ ਸਾਰਾ ਕੁਝ ਸਾਡੇ ਹਿਰਦੇ ਦੇ ਅੰਦਰ, ਸਾਡੇ ਮਨ ਦੇ ਅੰਦਰ ਸਾਂਭਿਆ ਪਿਆ। ਮੈਂ ਚਾਹੁੰਦਾ ਤੂੰ ਮੈਨੂੰ ਖੋਟਿਆਂ ਤੋਂ ਖਰੇ ਬਣਾ ਦੇ। ਫਿਰ ਗੁਰੂ ਹੀ ਹੈ ਜਿਹੜਾ ਸਤਿਗੁਰ ਖੋਟਿਓ ਖਰੇ ਕਰੇ, ਸ਼ਬਦ ਸਵਾਰਨ ਹਾਰ। ਗੁਰੂ ਸ਼ਬਦ ਦੇ ਨਾਲ ਸਵਾਰਦਾ ਹੈ, ਤੇ ਸ਼ਬਦ ਦੀ ਕਸਵੱਟੀ ਤੇ ਇੱਕ ਗੱਲ ਹੋਕਾ ਮਾਰ ਕੇ ਕਹਿੰਦਾ ਹੈ ਤੀਰਥ ਨਾਵਣ ਜਾਓ। ਧੰਨ ਗੁਰੂ ਨਾਨਕ ਮਹਾਰਾਜ। ਚਲੋ ਇੱਕ ਪੱਖ ਆਪਾਂ ਉਹ ਲਿਆ, ਇਹ ਦੂਜਾ ਪੱਖ ਹੈ। ਸਤਿਗੁਰੂ ਜੀ ਕਹਿੰਦੇ ਆ ਮੈਂ ਦੱਸਾਂ ਤੀਰਥ ਨਹਾਉਣਾ ਹੈ, ਪਰ ਕਿਵੇਂ ਨਹਾਉਣਾ ਹੈ ਇਹ ਮੈਂ ਤੈਨੂੰ ਦੱਸਦਾ। ਤੀਰਥ ਨਾਵਣ ਜਾਓ, ਇੱਥੇ ਪਾਠ ਜਾਓ ਹੈ ਮੈਂ ਤਾਂ ਜਾਓ ਕੀਤਾ ਕਿਉਂਕਿ ਵਿਦਵਾਨਾਂ ਨੇ ਜਿਹੜੇ ਅਰਥ ਇਹਦੇ ਕੀਤੇ ਆ ਉਹ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਮਿਲਾ ਕੇ ਕੀਤੇ ਆ। ਕਹਿੰਦੇ ਮੈਂ ਵੀ ਤੀਰਥਾਂ ਤੇ ਜਾਣਾ, ਪਰ ਜਿਸ ਤੀਰਥਾਂ ਤੇ ਜਾ ਕੇ ਤੁਸੀਂ ਫਿਰ ਖੋਟ ਚੁੱਕ ਲਿਆਉਂਦੇ ਹੋ, ਮੱਤ ਵਿੱਚ ਔਗਣ ਭਰ ਲਿਆਉਂਦੇ ਹੋ, ਮੈਂ ਇਸ ਤੀਰਥ ਤੇ ਜਾ ਕੇ ਆਪਣੇ ਖੋਟ ਆਪਣੇ ਔਗਣ ਲਾ ਕੇ ਆ ਜਾਣਾ। ਮੈਂ ਉਸ ਤੀਰਥ ਦੀ ਗੱਲ ਸਤਿਗੁਰੂ ਜੀ ਕਹਿੰਦੇ ਕਰਨ ਲੱਗਾ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਜਿਨ੍ਹਾਂ ਦੇ ਅੰਦਰ ਗਿਆਨ ਹੈ, ਜਿਨ੍ਹਾਂ ਦੇ ਅੰਦਰ ਸ਼ਬਦ ਹੈ, ਸਤਿਗੁਰੂ ਜੀ ਕਹਿੰਦੇ ਆ ਉਹ ਅਸਲ ਤੀਰਥ ਦੇ ਉੱਤੇ ਬੈਠੇ ਆ। ਇਹਨੂੰ ਹੀ ਧੰਨ ਗੁਰੂ ਨਾਨਕ ਮਹਾਰਾਜ ਜਪਜੀ ਸਾਹਿਬ ਵਿੱਚ ਕਹਿੰਦੇ ਆ ਮੈਂ ਤੈਨੂੰ ਦੱਸਾਂ ਇਸ ਤੀਰਥ ਤੇ ਨਾ, ਅੰਤਰਗਤ ਤੀਰਥ ਮਲ ਨਹਾਓ। ਅੰਤਰਗਤ ਆਪਣੇ ਹਿਰਦੇ ਆਤਮੇ ਤੋਂ ਨਹਾ ਕੇ ਵੇਖ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਨਹਾ ਕੇ ਵੇਖ, ਸਾਰਾ ਕੁਝ ਤੇਰਾ ਬਾਹਰ ਧਰਿਆ ਧਰਾਇਆ ਰਹਿ ਜਾਏਗਾ, ਅੰਦਰ ਦੀ ਅਵਸਥਾ ਕੁਝ ਹੋਰ ਬਣੇਗੀ। ਸੋ ਇੱਥੇ ਸਤਿਗੁਰੂ ਜੀ ਨੇ ਇਹ ਦੋ ਪੱਖ ਤੀਰਥ ਦੇ ਦਿੱਤੇ। ਸੋ ਅਗਲੀ ਬੇਨਤੀ, ਪਹਿਲੀ ਗੱਲ ਕੀਤੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤੀਰਥ ਦੀ, ਦੂਜੀ ਗੱਲ ਹੈ ਵਰਤ ਦੀ। ਸਤਿਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਵੀ ਵਰਤ ਨਹੀਂ ਰੱਖਣਾ। ਸਤਿਗੁਰੂ ਜੀ ਕਹਿੰਦੇ ਵਰਤ ਰੱਖ, ਪਰ ਆ ਵਰਤ ਨਾ ਰੱਖ ਜਿਹੜਾ ਸੰਸਾਰ ਰੱਖਦੇ। ਉਹਦੇ ਬਾਰੇ ਤਾਂ ਸਤਿਗੁਰੂ ਜੀ ਕਹਿੰਦੇ ਆ ਛੋੜੈ ਅੰਨ। ਆ ਬਚਨ ਜਿਹੜਾ ਨਾ ਕੌੜਾ ਬੜਾ ਸਾਨੂੰ ਲੱਗਦਾ ਹੈ, ਪਰ ਕੌੜਾ ਹੈ ਨਹੀਂ, ਬਚਨ ਵਿੱਚ ਬੜੀ ਮਿਠਾਸ ਹੈ, ਖਾਸ ਕਰ ਮਾਵਾਂ ਭੈਣਾਂ ਨੂੰ, ਕਿਉਂਕਿ ਸਤਿਗੁਰੂ ਜੀ ਨੇ ਉਹਨਾਂ ਦੇ ਲਈ ਆਖਿਆ। ਚਲੋ ਅੱਜ ਤਾਂ ਬੰਦਾ ਵੀ ਵਰਤ ਰੱਖਣ ਲੱਗ ਗਿਆ, ਕੋਈ ਕਹਿੰਦਾ ਮੈਂ ਉਹਦਾ ਰੱਖਿਆ, ਕੋਈ ਕਹਿੰਦਾ ਮੈਂ, ਉਹ ਉਹਨਾਂ ਦਾ ਸਿਲਸਿਲਾ ਹੈ, ਉਹ ਉਹਨਾਂ ਦਾ ਕਨਸੈਪਟ ਹੈ, ਉਹ ਜਿੱਦਾਂ ਮਰਜ਼ੀ ਕਰਨ। ਪਰ ਅਸੀਂ ਸਿੱਖੀ ਦੇ ਦਾਇਰੇ 'ਚ ਜਿਉਂਦੇ ਹਾਂ, ਆਪਾਂ ਬਾਣੀ ਦੇ ਦਾਇਰੇ 'ਚ ਜਿਉਂਦੇ ਹਾਂ, ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਹਾਂ। ਸਾਨੂੰ ਸਤਿਗੁਰੂ ਜੀ ਕਹਿ ਰਹੇ ਆ, ਉਹਨਾਂ ਨੂੰ ਨਹੀਂ ਕਹਿ ਰਹੇ, ਸਾਨੂੰ ਕਹਿ ਰਹੇ ਆ। ਪਰ ਜਦੋਂ ਸਾਡੇ ਕੰਨਾਂ ਵਿੱਚ ਇਹ ਬੋਲ ਪੈਂਦਾ ਆਪਾਂ ਫਿਰ ਉੱਠ ਭੱਜਦੇ ਹਾਂ। ਵੇਖਿਆ ਕਦੇ ਲੋਹੇ ਤੇ ਸੱਟ ਪੈਂਦੀ ਹੋਵੇ ਤੇ ਲੋਹਾ ਪਿਛਾਂਹ ਨੂੰ ਹਟਦਾ। ਬਸ ਇਹ ਕਹਾਣੀ, ਜਿਹੜਾ ਲੋਹਾ ਸੱਟ ਸਹਿ ਕੇ ਆਪਣੇ ਆਪ ਨੂੰ ਕਢਾ ਲੈਂਦਾ ਉਹ ਲੋਹਾ ਬੜਾ ਕਮਾਲ ਦਾ ਬਣਦਾ ਜੇ, ਤੇ ਜਿਹੜਾ ਭੱਜਦਾ ਹੀ ਰਹਿੰਦਾ ਉਹ ਕੱਖ ਵੀ ਕਿਸੇ ਕੰਮ ਦਾ ਨਹੀਂ ਆਉਂਦਾ। ਬਾਹਰ ਬੜਾ ਲੋਹਾ ਪਿਆ, ਉਹ ਕੰਮ ਨਹੀਂ ਆਉਂਦਾ। ਸੋ ਇਸ ਕਰਕੇ ਆਪਣੇ ਆਪ ਨੂੰ ਘੜਨਾ ਹੈ। ਸਤਿਗੁਰੂ ਜੀ ਨੇ ਬਚਨ ਕੀਤਾ ਵਰਤ ਰੱਖ, ਪਰ ਆ ਜਿਹੜੇ ਬਾਹਰੀ ਵਰਤ ਰੱਖਦਾ ਪਹਿਲਾਂ ਇਹਦੀ ਸੁਣ ਲੈ, ਫਿਰ ਤੈਨੂੰ ਅੰਦਰ ਦੇ ਵਰਤ ਦੀ ਦੱਸਦਾ। ਅੰਦਰ ਦਾ ਵਰਤ ਕਿਹੋ ਜਿਹਾ ਹੁੰਦਾ ਹੈ? ਛੋੜੈ ਅੰਨ, ਕਰੈ ਪਖੰਡ,
ना सुहागण ना ओए रंड। मैं अपना बचन नहीं कह रहा, धन गुरु ग्रंथ साहिब महाराज। शब्द बड़ा तुहानू औखा जिहा लगेगा ते कौड़ा जिहा भी लगेगा, पर तिखा बचन है, कौड़ा नहीं है। ਇਹਦੇ ਵਿੱਚ ਜਿਹੜਾ शब्द सतगुरु जी ने वरत्या ना, सिर्फ ਉਹੀ ही सानू औखा जिहा लगदा है। सतगुरु जी कहते ਜਿਹੜਾ बाहरी तौर ते रोटी छड्ड के खाना छड्ड के बैठा, सतगुरु जी कहते सिरे दा पखंड करदा है। ठोडा अन्न करै पखंड, सिरे दा पखंड करदा है। सतगुरु जी कहते ना ते ਉਹ ਸੁਹਾਗਣ इस्त्री हो सकती है, ना ते ਉਹਨੂੰ मैं ਸੁਹਾਗਣਾ ਵਿੱਚ ਗਿਣਦਾ, ਤੇ ना ही मैं उन्होंने उन्हां विच गिणदा ਜਿਹੜੀਆਂ रंड भाव विधवा हो चुकियां ने, दोवां विच भी नहीं आउंदियां। भाव वेखो इन्ना तिखा बोल। सो आपां प्रण करना कि भी आपां वर्त होण, सतगुरु जी कहंदे वर्त रखना है। वर्त रख अपने बोलां दा, वर्त रख अपनियां अखां दा, वर्त रख अपने कन्नां दा, वर्त रख अपने हत्थां दा, ताकि ये गलत पासे ना जाण, अखां गलत ना वेखण, मुख तो निंदा ना किसे दी होवे, कन गलत ना सुन। जे वर्त रखना इन्हां दा वर्त रख। मन का सूतक लोभ है, जेबा सूतक कूड़, अखी सूतक वेखना, पार त्रै पार धन रूप। जे वर्ती रखना ते आ वर्त रख। सतगुरु जी भावें तो सूतक की गल करते आ, चलो सूतक पातक का भी मनना खना, ये बंदा मनता है कि भी सूतक हुंदा है, पर बाहरी तौर पर बाणी सूतक नहीं मनती। सतगुरु जी कहते अंदर दा सूतक, भाव अंदर दा वर्त। उस अंदर दे वर्त नूं जदों तू रखेगा, सतगुरु जी कहते आ वो फिर जीवन तेरा होर होएगा। उत्थे सतगुरु जी यही कहते जे वर्त रखना है ते आ वर्त तेनों मैं दे चलिया। मन का सूतक लोभ है, मन का सूतक तां लोभ है, अपने अंदरों लोभ कढ़। मन का सूतक लोभ है, जेवा सूतक कूड़, आ मुख तो कूड़ बोलना, झूठ बोलना जे रख सकदा ते आ वर्त रख। मन का सूतक लोभ है, जेबा सूतक कूड़, अखी सूतक वेखना, अपनियां अखां दे नाल पराए तन नूं वेखना, अखी सूतक वेखना, पर त्रै पर तन रूप। सतगुरु जी कहंदे आ चीज़ां छड्ड दे, तेरा वर्त ही वर्त है। जे चीज़ां नहीं छड्डियां फिर जिन्ने मर्जी वर्त रखी जा, सतगुरु जी कहंदे कोई फर्क नहीं पैंदा, जीवन ते उत्थे दा उत्थे खलोता है। अगली गल सतगुरु जी करदे आ दान दी। हुण दान ये भी मन्निया जाता है, वेखो आपां एक महीने की विचार करते हैं, जदों माघ का महीना चढ़ता है, बंदा सोचता है कि इन्हां थावां ते दान करांगे साडा पुण्य होएगा। वैसे बाणी धन गुरु नानक महाराज जी तो यह कहते हैं, पुन्नी पापी आखण नाए, कर कर करना लिख लै जाओ, आपे बीज आपे ही खाओ। उत्थे पुन्नी पापी नूं इस चीज़ दे नाल जोड़ दिंदे आ। पर माघ का महीना जदों चढ़दा ना, उत्थे सतगुरु जी एक बचन करदे आ, माघ मज्जन संग साधुआं, धूड़ी कर इशनान, हर का नाम ध्याए सुन, सबना नो कर दान। दान करदा बंदा। फिर एक बेनती मेरी ध्यान नाल सुनियो, चलो मैं भी दान शब्द वरतदा, तुसी भी दान शब्द वरतदे हो, साडी बोली विच है, साडे मुख ते टिकिया है। वैसे सिੱਖੀ दे अंदर शब्द दान नहीं, ਆਪਾਂ इस शब्द ਨੂੰ यूज ਵਿੱਚ नहीं लैके आउंदे, अपनी बोल ਵਿੱਚ नहीं लैके आउंदे, पर जदों गुरु दे कोल ਆਪਾਂ आउंदे आ, क्योंकि इनू की दान करांगे आपां, क्योंकि वो तो सब तो वड्डा दानी है। हुण दानी नू की दानी दवे, इसे करके सतगुरु जी कहंदे असीं भिखारियां विच आउंदे आ, वो दाता है। सो मैं बेनती करा, गुरु दे लई जदों कोई आपां चीज़ लैके आउंदे आ, अज भी वेखना तुसीं, भावें तुसीं ना रुमाला साहब लैके आए, चढ़ाउणा तो चलो असीं सत्कार करते हैं, रुमाला साहब लिआंदा उन्हूं ढक के लैके आउंदे आ, थाल विच रख के लैके आउंदे आ, क्यों आके रखते हैं सतगुरु जी दे अगे भेटा कर दिंदे आ। जदों आपां कहने आ ना सतगुरु तेरे अगे आ भेटा असीं कीती है, चेते रखना वो दान नहीं, वो फिर भेटा, क्योंकि सत्कार ही शब्द भेटा है साडा। असीं भेटा कर सकते, दान नहीं कर सकते। माया आपां दिन्ने आ, आपां ये नहीं कहते दान करती है, आपां कहने सतगुरु जी नूं असीं भेट कीता है। सो बाणी दे अंदर ना ये भी शब्द भेट ही आया। जे किते सिर देण दी गल आई है, सतगुरु जी ने उत्थे आख्या सतगुर आगे सीस भेट देओ, मैं भेटा देण लगा तेनू सिर दी भेटा। उत्थे भेट शब्द सतगुरु जी ने वरत्या। सो दान सतगुरु जी कहंदे आ दान कर, काहदा दान करना है।
ਬਾਹਰ ਦਾ ਦਾਨ ਉਹ ਵੀ ਚੰਗਾ ਕਰਮ ਹੈ, ਕਿਸੇ ਗਰੀਬ ਦੀ ਕਰ, ਕਿਸੇ ਗੁਰੂ ਘਰ ਦੇ ਵਿੱਚ ਦੇ, ਹਨਾ ਜੀ। ਇਹਨਾਂ ਕੰਮਾਂ ਦੇ ਉੱਤੇ ਵਰਤਿਆ ਜਾਂਦਾ ਹੈ, ਕਰਦਾ ਬੰਦਾ। ਪਰ ਚੇਤੇ ਰੱਖਣਾ, ਸਤਿਗੁਰੂ ਜੀ ਕਹਿੰਦੇ ਕਈ ਵਾਰ ਦਾਨ ਕਰਦਿਆਂ ਵੀ ਗੁਮਾਨ ਚੜ੍ਹ ਜਾਂਦਾ ਹੈ। ਕਈ ਵਾਰ ਬੰਦਾ 60-70 ਸਾਲ ਦੀ ਉਮਰ ਦਾ ਹੋ ਜਾਂਦਾ ਹੈ, ਗੁਰਦੁਆਰੇ ਆਉਂਦਾ ਹੈ ਤੇ ਬੰਦਾ ਆਪਣੇ ਨਾਂ ਦੇ ਪੱਥਰ ਹੀ ਲੱਭੀ ਜਾਂਦਾ ਹੁੰਦਾ ਹੈ, ਆਪਣੇ ਨਾਂ ਦੇ ਪੱਖੇ ਹੀ ਲੱਭੀ ਜਾਂਦਾ ਹੁੰਦਾ ਹੈ। ਉਹ ਕਹਿੰਦਾ ਮੈਂ ਦਾਨ ਕੀਤਾ, ਮੈਂ ਇੰਨੇ ਪੈਸੇ ਦਿੱਤੇ, ਮੇਰੇ ਨਾਂ ਦਾ ਪੱਥਰ ਨਹੀਂ ਲੱਗਾ। ਇੱਕ ਉਹ ਵੀ ਨੇ ਜਿਹੜੇ ਕਰਕੇ ਦਾਨ ਗੁਮਾਨ ਵਿੱਚ ਆ ਜਾਂਦੇ ਆ, ਇੱਕ ਉਹ ਨੇ ਸੇਵਾ ਕਰਤ ਹੋਏ ਨੇ ਕਾਮੀ, ਜਿਹੜੇ ਸੇਵਾ ਕਰਦੇ ਆ, ਦਾਨ ਤਾਂ ਕਰਦੇ ਆ, ਭੇਟ ਦਿੰਦੇ ਆ, ਪਰ ਸਤਿਗੁਰੂ ਜੀ ਕਹਿੰਦੇ ਆ ਕਦੀ ਮਨ ਦੇ ਵਿੱਚ ਗੁਮਾਨ ਨਹੀਂ ਲੈ ਕੇ ਆਉਂਦੇ। ਸੋ ਇੱਕ ਮੈਨੂੰ ਸਾਖੀ ਚੇਤੇ ਆਈ, ਮੈਂ ਆਪ ਜੀ ਦੇ ਨਾਲ ਸਾਂਝੀ ਕਰਦੇ ਆ। ਬੇਲਾ ਪਿੰਡ ਰੋਪੜ ਦੇ ਵਿੱਚ, ਦਾਨ ਸ਼ਬਦ ਨੂੰ ਸਹੀ ਢੰਗ ਦੇ ਨਾਲ ਸਮਝਣ ਦੇ ਲਈ, ਬੇਲਾ ਪਿੰਡ ਹੈ। ਚਲੋ ਬੜੀ ਸਾਂਝ ਮੇਰੀ ਉਸ ਪਿੰਡ ਦੇ ਨਾਲ ਰਹੀ ਹੈ, 3-4 ਸਾਲ ਉਸ ਧਰਤੀ ਤੇ ਰਹੇ ਹਾਂ, ਤੇ ਬੇਲੇ ਦੇ ਵਿੱਚੋਂ ਨਿਕਲ ਕੇ ਚਮਕੌਰ ਸਾਹਿਬ ਜਾਣਾ ਪੈਂਦਾ, ਤੇ ਬੜੀ ਸਾਂਝ ਉਸ ਪਿੰਡ ਦੇ ਨਾਲ। ਅੱਜ ਵੀ ਉੱਥੋਂ ਦੇ ਕਈ ਵੀਰ ਜਿਹੜੇ ਆ ਉਹ ਬੜੀ ਵਾਰ ਪ੍ਰੇਮ ਕਰਦੇ ਆ, ਪ੍ਰੋਗਰਾਮ ਅੱਜ ਵੀ ਕਰਨ ਜਾਈਦੇ ਆ ਉਸ ਪਿੰਡ। ਬੇਲੇ ਪਿੰਡ ਦਾ ਰਹਿਣ ਵਾਲਾ ਇੱਕ ਭਾਈ ਦਿਆਲ ਸਿੰਘ ਹੈ। ਹੁਣ ਉਹਨੇ ਕਿਸੇ ਤਰੀਕੇ ਦੇ ਨਾਲ ਜਿੱਥੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ, ਸਾਹਿਬਜ਼ਾਦਿਆਂ ਦੀਆਂ, ਉਹ ਥਾਂ ਨੂੰ ਲੱਭਿਆ, ਉਸ ਥਾਂ ਨੂੰ ਲੱਭ ਕੇ ਉਸ ਥਾਂ ਨੂੰ ਪੱਕਿਆਂ ਕੀਤਾ। ਚਲੋ ਜਿਹੜੀ ਉੱਥੋਂ ਦੀ ਸੇਵਾ ਸੀ ਉਹ ਬੀਬੀ ਹਰਸ਼ਰਨ ਕੌਰ ਨੇ ਕੀਤੀ ਸੀਗੀ। ਸਾਹਿਬਜ਼ਾਦਿਆਂ ਦੀਆਂ, ਸਿੱਖਾਂ ਦੀਆਂ ਜਿਹੜੀਆਂ ਸਰੀਰ ਪਏ ਸਨ, ਉਹਨਾਂ ਦਾ ਸੰਸਕਾਰ ਕੀਤਾ। ਪਰ ਦਿਆਲ ਸਿੰਘ ਬੇਲੇ ਵਾਲੇ ਨੇ, ਉਹਨੇ ਉਹ ਥਾਂ ਲੱਭ ਕੇ ਉਸ ਥਾਂ ਦੀ ਸੇਵਾ ਕੀਤੀ। ਤੇ ਇਤਿਹਾਸ ਕਹਿੰਦਾ ਹੈ, ਕਹਿਣ ਲੱਗੇ ਜਦੋਂ ਉਹ ਉੱਥੇ ਮੱਥਾ ਟੇਕਣ ਜਾਂਦਾ ਹੁੰਦਾ ਸੀ ਨਾ, ਪੁੱਠੀ ਪਰਿਕਰਮਾ, ਪੁੱਠੇ ਪੈਰ ਤੁਰ ਕੇ ਜਾਂਦਾ ਹੁੰਦਾ ਸੀ, ਬੜਾ ਸਤਿਕਾਰ ਕਰਦਾ ਹੁੰਦਾ ਸੀਗਾ। ਤੇ ਕਹਿੰਦੇ ਜਦੋਂ ਆਉਣਾ ਉਦੋਂ ਵੀ ਇੰਨਾ ਸਤਿਕਾਰ ਉਹਨੇ ਉਹ ਗੁਰੂ ਘਰ ਦਾ ਕਰਨਾ। ਪਰ ਜਦੋਂ ਕਹਿੰਦੇ ਸ਼ਾਮ ਨੂੰ ਰਹਿ ਰਸ ਹੁੰਦੀ ਸੀ ਨਾ, ਦਾਨ, ਕਿੰਨੇ ਕਿੰਨੇ ਵੱਡੇ ਦਾਨੀ ਬੈਠੇ ਆ, ਦਾਨ ਕਰਨਾ, ਤੇ ਇਸ ਤਰ੍ਹਾਂ ਦਾਨ ਕਰ ਤੇਰੇ ਅੰਦਰ ਫੁਰਨਾ ਹੀ ਹੋਮੇ ਦਾ ਨਾ ਆਵੇ। ਕਹਿੰਦੇ ਜਦੋਂ ਗ੍ਰੰਥੀ ਸਿੰਘ ਨੇ ਰਹਿ ਰਾਸ ਕਰਨੀ, ਤੇ ਉਸ ਤੋਂ ਬਾਅਦ ਜਦੋਂ ਅਰਦਾਸ ਹੋਣ ਲੱਗਣੀ ਨਾ, ਉਹਨੇ ਇੱਕ ਰੋਜ਼ ਬੋਲ ਕਹਿਣਾ ਕਰਨਾ। ਕਹਿਣ ਲੱਗੇ ਭਾਈ ਸਾਹਿਬ ਜੀ ਅਰਦਾਸ ਇਹ ਕਰਿਓ ਜਿਹੜੀ ਮੇਰਾ ਮਨ ਕਹਿੰਦਾ, ਕੋਈ ਨਹੀਂ ਸਾਡੇ ਵਿੱਚੋਂ ਕੋਈ ਨਹੀਂ ਜੇ ਕਰ ਸਕਦਾ ਮਾਫ ਕਰਨਾ। ਚਲੋ ਮੈਂ ਵੀ ਕਹਿ ਰਿਹਾ, ਸਿਰਫ ਕਹਿਣ ਤੱਕ ਹੀ ਸੀਮਤ ਆ, ਪਰ ਬੜੀ ਔਖੀ ਘਾਟੀ ਜੇ, ਬੜੀ ਔਖੀ ਘਾਟੀ ਹੈ, ਨਾ ਹੀ ਕੋਈ ਕਰ ਸਕਦਾ ਸਾਡੇ ਵਿੱਚੋਂ। ਬੇਨਤੀ ਕਰਾਂ, ਬੋਲ ਆ ਹੀ ਨਹੀਂ ਸਕਦੇ ਸਾਡੇ ਮੁਖ ਤੇ, ਜਿਹੜੇ ਬੋਲ ਉਹ ਗ੍ਰੰਥੀ ਸਿੰਘ ਨੂੰ ਕਹਿ ਰਿਹਾ। ਕਹਿਣ ਲੱਗੇ ਅਰਦਾਸ ਕਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ, ਅਰਦਾਸ ਕਰਿਓ ਧੰਨ ਗੁਰੂ ਨਾਨਕ ਮਹਾਰਾਜ ਦੇ ਚਰਨਾਂ 'ਚ, ਅਰਦਾਸ ਕਰਿਓ ਅਕਾਲ ਪੁਰਖ ਦੇ ਚਰਨਾਂ 'ਚ। ਤੁਸੀਂ ਰਹਿ ਰਾਸ ਕੀਤੀ ਹੈ, ਅਰਦਾਸ ਇਹ ਕਰਿਓ ਮੇਰੇ ਘਰ ਕੋਈ ਔਲਾਦ ਪੈਦਾ ਨਾ ਹੋਵੇ। ਕਰ ਲਓਗੇ ਤੁਸੀਂ ਅਰਦਾਸ? ਸਾਡੇ ਤੋਂ ਨਹੀਂ ਜੇ ਹੋਣੀ। ਕੌਣ ਹੈ ਸਾਡੇ ਚੋਂ ਬੈਠਾ ਜਿਹੜਾ ਇਹ ਆਖੇ ਕਿ ਮੈਨੂੰ ਔਲਾਦ ਨਾ ਦੇਈ? ਸਾਰਿਆਂ ਦੀ ਮੰਗ ਹੀ ਹੈ, ਸਭ ਮੰਗਦੇ ਆ ਇਹ। ਪਰ ਉਹ ਰੋਜ਼ ਕਹਿੰਦਾ ਭਾਈ ਸਾਹਿਬ ਜੀ ਗੁਰੂ ਦੇ ਚਰਨਾਂ 'ਚ ਅਰਦਾਸ ਕਰਿਓ ਮੇਰੇ ਘਰ ਔਲਾਦ ਨਾ ਹੋਵੇ। ਕਿਉਂ? ਵਿਰਾਗ ਵਿੱਚ ਆ ਕੇ ਕਹਿਣ ਲੱਗਾ ਜੇਕਰ ਕੱਲ ਮੇਰੇ ਘਰ ਔਲਾਦ ਆ ਗਈ, ਉਹ ਦਾਅਵੇ ਕਰਕੇ ਆਖਣਗੇ ਇਹ ਜਗ੍ਹਾ ਤੇ ਸਾਡੇ ਬਾਪੂ ਦੀ ਸੀ, ਇਹਨਾਂ ਨੇ ਕਬਜ਼ਾ ਕਰ ਲਿਆ, ਇਸ ਕਰਕੇ ਇਹ ਜਗ੍ਹਾ ਗੁਰੂ ਦੀ ਹੈ, ਗੁਰੂ ਦੀ ਰਵੇ। ਮੈਂ ਨਹੀਂ ਚਾਹੁੰਦਾ ਕੱਲ ਨੂੰ ਮੇਰੇ ਦਾਅਵੇਦਾਰ ਇੱਥੇ ਆ ਕੇ ਖਲੋ ਜਾਣ, ਇਸ ਕਰਕੇ ਅਰਦਾਸ ਕਰਿਓ ਮੇਰੇ ਘਰ ਕੋਈ ਔਲਾਦ ਨਾ ਹੋਵੇ। ਸੱਚ ਹੈ, ਉਹਦੇ ਘਰ ਕੋਈ ਔਲਾਦ ਵੀ ਨਹੀਂ ਹੋਈ, ਨਹੀਂ ਤੇ ਔਲਾਦਾਂ ਤੇ ਵੰਡ ਲੈਂਦੀਆਂ ਨਾ ਸਾਰਾ ਕੁਝ, ਕੌਣ ਵਹਿੰਦਾ ਹੈ? ਇਸ ਕਰਕੇ ਬੇਨਤੀ ਕਰਾਂ, ਜੇ ਦਾਨ ਕਰਨਾ ਤੇ ਏਦਾਂ ਦਾਨ ਕਰ। ਸਤਿਗੁਰੂ ਜੀ ਕਹਿੰਦੇ ਆ ਤੈਨੂੰ ਦਾਨ ਕਰਨਾ ਹੀ ਨਹੀਂ ਆਇਆ, ਤੂੰ ਤਾਂ ਰਸੀਦਾਂ ਤੇ ਇੱਕ ਵਾਰੀ ਗ੍ਰੰਥੀ ਨੇ ਜੇਕਰ ਨਾਮ ਨਹੀਂ ਨਾ ਬੋਲਿਆ ਪਰਚੀ ਤੇ, ਅੱਗ ਲੱਗ ਜਾਂਦੀ ਹੈ ਤੇਰੇ ਅੰਦਰ ਕਿ ਮੇਰਾ ਨਾਮ ਕਿਉਂ ਨਹੀਂ ਬੋਲਿਆ। ਕਹਾਣੀ ਬਣੀ ਆ ਨਾ ਸਾਡੀ, ਮਾਫ ਕਰਨਾ। ਅਸੀਂ ਇਸ ਪਾਸੇ ਤੁਰਨ ਵਾਲੇ ਨਹੀਂ ਸਾਂ, ਅਸੀਂ ਤਾਂ ਨੇਕ ਕਰਮੀ ਸਾਂ, ਕਰਮ ਕਰਕੇ ਨਾ ਗਿਣਾਉਣ ਵਾਲੇ ਸਾਂ, ਪਰ ਆਪਾਂ ਤੇ ਕਰਮ ਕਰਕੇ ਵੀ ਗਿਣਾਉਣ ਲੱਗ ਪਏ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਮਨ ਮੈਂ ਧਰੈ ਗੁਮਾਨ। ਜਦੋਂ ਤੂੰ ਮਨ ਦੇ ਵਿੱਚ ਗੁਮਾਨ ਧਰ ਲੈਣਾ ਨਾ, ਹੰਕਾਰ ਧਰ ਲੈਣਾ, ਨਾ ਤੇ ਤੂੰ ਤੀਰਥ, ਨਾ ਵਰਤ ਤੇ ਨਾ ਹੀ ਦਾਨ,
ਉਹ ਸਾਰਾ ਕੁਝ ਤੇਰੇ ਅੰਦਰੋਂ ਨਿਕਲ ਜਾਂਦਾ, ਕੀਤਾ ਕਰਾਇਆ ਖੂਹ ਵਿੱਚ ਪਾ ਲੈਣਾ। ਲਾਸਟ ਵਿੱਚ ਫਿਰ ਇਹ ਕਹਿੰਦੇ ਆ, ਨਾਨਕ ਨੇਪਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਸਾਰਾ ਕੁਝ ਇਸ ਤਰ੍ਹਾਂ ਵਿਅਰਥ ਹੋ ਗਿਆ ਜਿਵੇਂ ਹਾਥੀ ਨਹਾ ਕੇ ਆਇਆ ਸਾਫ ਪਾਣੀ 'ਚ, ਬਾਹਰ ਆ ਕੇ ਫਿਰ ਮਿੱਟੀ ਦੇ ਵਿੱਚ ਗਾਰੇ ਵਿੱਚ ਲਿਬੜ ਗਿਆ। ਇਸ ਤਰ੍ਹਾਂ ਕਹਿਣ ਲੱਗੇ ਬੰਦਿਆ ਹੰਕਾਰ ਦੇ ਨਾਲ ਆ ਕੇ ਭਰ ਗਿਆ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਵੇਖੋ ਮੈਂ 2-3 ਪੱਖ ਲਏ ਨੇ ਅੱਜ ਦੇ ਸ਼ਬਦ ਦੇ। ਤੀਰਥ ਦਾ ਪੱਖ, ਵਰਤ ਦਾ ਪੱਖ, ਵਰਤ ਕਿਹੋ ਜਿਹਾ ਹੋਵੇ, ਦਾਨ ਦਾ ਪੱਖ, ਦਾਨ ਕਿਹੋ ਜਿਹਾ, ਨਾ ਹੀ ਖੰਡਨ ਤੇ ਨਾ ਹੀ ਮੰਡਨ। ਆਪਾਂ ਇੱਕ ਪਾਸੇ ਦੀ ਗੱਲ ਕੀਤੀ ਹੈ। ਸੋ ਸਤਿਗੁਰ ਦਾਤਾ ਕਿਰਪਾ ਕਰੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਨ, ਇਹ ਪਾਵਨ ਬਚਨ ਸਾਡੇ ਹਿਰਦੇ ਅੰਦਰ ਵਸ ਜਾਏ। ਕੱਲ ਨੂੰ ਜਿਹੜਾ ਅਗਲਾ ਬਚਨ, ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ, ਇਸ ਪਾਵਨ ਬਚਨ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗਾ। ਭੁੱਲ ਦੀ ਖਿਮਾ ਬਖਸ਼ਿਓ। ਕੱਲ ਨੂੰ ਨਹੀਂ, ਮਤਲਬ ਕਿ 13 ਤਰੀਕ ਦੀ ਸ਼ਾਮ ਨੂੰ, ਕੱਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਵੇਗਾ। ਆਪ ਜੀ ਨੂੰ ਪਤਾ ਹੈ 13 ਤਰੀਕ ਨੂੰ ਖਾਲਸਾ ਸਾਜਨਾ ਦਿਵਸ, ਵਿਸਾਖੀ ਦਾ ਦਿਹਾੜਾ ਆ ਰਿਹਾ। ਉਸ ਦੇ ਸੰਬੰਧ ਵਿੱਚ ਕੱਲ੍ਹ 8:30 ਵਜੇ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਵੇਗਾ। 13 ਤਰੀਕ ਨੂੰ 6:30 ਵਜੇ ਤਕਰੀਬਨ ਭੋਗ ਪਾਏ ਜਾਣਗੇ, ਉਪਰੰਤ 10:15 ਵਜੇ ਤੱਕ ਦੀਵਾਨਾਂ ਦੀ ਸਮਾਪਤੀ ਹੋਏਗੀ। ਆਪ ਸਭ ਨੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਪਰ ਜੀਵਨ ਸਫਲਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ